ਜਾਵਾ ਪ੍ਰੋਗਰਾਮਿੰਗ ਦੇ ਅੱਜ ਦੇ ਲੈਕਚਰ ਵਿੱਚ ਆਪਾਂ ਬ੍ਰੇਕ ਸਟੇਟਮੈਂਟ ਬਾਰੇ ਗੱਲ ਕਰਾਂਗੇ। ਬ੍ਰੇਕ ਸਟੇਟਮੈਂਟ ਦੀ ਮਦਦ ਦੇ ਨਾਲ ਆਪਾਂ ਕਿਸੇ ਲੂਪ ਦੇ ਵਿੱਚੋਂ ਇਮੀਡੀਏਟ ਐਗਜ਼ਿਟ ਲੈਣ ਫੋਰਸਫੁਲੀ ਇਮੀਡੀਏਟ ਐਗਜ਼ਿਟ ਲੈ ਸਕਦੇ ਹਾਂ। ਤੇ ਇਸ ਦੇ ਨਾਲ ਕੀ ਹੋਏਗਾ, ਮਤਲਬ ਜੋ ਵੀ ਉਸਦੇ ਬੋਡੀ ਦੇ ਲੂਪ ਦੇ ਬੋਡੀ ਦੇ ਵਿੱਚ ਕੋਈ ਵੀ ਰਿਮੇਨਿੰਗ ਕੋਡ ਹੋਏਗਾ ਇਸ ਨੂੰ ਆਪਾਂ ਬਾਈਪਾਸ ਕਰ ਸਕਦੇ ਹਾਂ। ਤੇ ਜੋ ਵੀ ਆਪਣਾ ਲੂਪ ਦਾ ਕੰਡੀਸ਼ਨਲ ਟੈਸਟ ਹੋਏਗਾ ਉਹ ਆਪਾਂ ਬਾਈਪਾਸ ਕਰ ਸਕਦੇ ਹਾਂ ਬ੍ਰੇਕ ਸਟੇਟਮੈਂਟ ਦੀ ਮਦਦ ਦੇ ਨਾਲ। ਲੂਪ ਦੇ ਵਿੱਚ ਜਦੋਂ ਵੀ ਬ੍ਰੇਕ ਸਟੇਟਮੈਂਟ ਇਨਕਾਊਂਟਰ ਹੁੰਦੀ ਆ ਤਾਂ ਲੂਪ ਆਪਣਾ ਟਰਮੀਨੇਟ ਹੋ ਜਾਂਦਾ ਅਤੇ ਪ੍ਰੋਗਰਾਮ ਕੰਟਰੋਲ ਲੂਪ ਤੋਂ ਅਗਲੀ ਲੂਪ ਦੀ ਬੋਡੀ ਤੋਂ ਅਗਲੀ ਜੋ ਆਪਣੀ ਸਟੇਟਮੈਂਟ ਹੁੰਦੀ ਹੈਗੀ ਉੱਥੇ ਰਿਜ਼ਿਊਮ ਹੋ ਜਾਂਦਾ ਜਾਂ ਉੱਥੇ ਪਹੁੰਚ ਜਾਂਦਾ। ਐਗਜ਼ਾਮਪਲ ਦੇ ਤੌਰ ਤੇ ਇੱਥੇ ਇੱਕ ਆਪਾਂ ਫੋਰ ਲੂਪ ਲਿਆ, ਉਸ ਦੇ ਵਿੱਚ ਇੱਕ ਕੰਡੀਸ਼ਨ ਸੈੱਟ ਕੀਤੀ ਹੈ ਕਿ ਜਦੋਂ i ਦੀ ਵੈਲਿਊ 4 ਹੋ ਜਾਵੇ ਤਾਂ ਆਪਣਾ ਕੰਟਰੋਲ ਬੋਡੀ ਤੋਂ ਬਾਅਦ ਅਗਲੇ ਜੋ ਨੈਕਸਟ ਲਾਈਨ ਹੋਗੀ ਉੱਥੇ ਚਲਾ ਜਾਏਗਾ। ਇਹ ਹੁਣ ਆਪਣਾ ਫੋਰ ਲੂਪ ਹੈ ਜਿਸ ਦੇ ਵਿੱਚ i ਆਪਣੀ ਸਟਾਰਟ ਹੋ ਰਹੀ ਹੈਗੀ, ਕਾਊਂਟਰ ਵੇਰੀਏਬਲ ਆਪਣਾ i ਹੈ ਜਿਸ ਦੇ ਬੇਸ ਤੇ ਆਪਣਾ ਲੂਪ ਚਲੇਗਾ। ਸਟਾਰਟਿੰਗ ਵੈਲਿਊ i ਦੀ ਹੈ 0, ਕੰਡੀਸ਼ਨ ਰੱਖੀ ਹੈ ਬਾਕੀ ਜਿੰਨਾ ਟਾਈਮ i ਦੀ ਵੈਲਿਊ 10 ਤੋਂ ਛੋਟੀ ਹੈ ਉਹਨਾਂ ਟਾਈਮ ਆਪਣਾ ਲੂਪ ਚੱਲੀ ਜਾਵੇ ਤੇ i ਦੀ ਵੈਲਿਊ 1 ਪਲੱਸ ਹੋ ਰਹੀ ਆ। ਉਸ ਤੋਂ ਬਾਅਦ ਜੋ ਆਪਣੀ ਬੋਡੀ ਆ ਲੂਪ ਦੀ ਉਸ ਦੇ ਵਿੱਚ ਆਪਾਂ ਕੰਡੀਸ਼ਨ ਸੈੱਟ ਕੀਤਾ ਕਿ ਇਫ i ਇਕੁਅਲ ਟੂ 4, ਜੇਕਰ i ਦੀ ਵੈਲਿਊ 4 ਦੇ ਬਰਾਬਰ ਹੈ ਤਾਂ ਫਿਰ ਕੀ ਹੋਵੇ, ਬ੍ਰੇਕ ਸਟੇਟਮੈਂਟ ਆਪਣੀ ਐਗਜ਼ੀਕਿਊਟ ਹੋ ਜਾਵੇ, ਨਹੀਂ ਫਿਰ ਸਿਸਟਮ ਆਊਟ ਪ੍ਰਿੰਟਲਨ i ਜੋ ਵੀ ਆਪਣੀ ਵੈਲਿਊ ਆ ਗਈ i ਦੀ ਉਸ ਨੂੰ ਪ੍ਰਿੰਟ ਕਰੀ ਜਾਵੇ। ਤੇ ਹੁਣ ਇੱਥੇ ਅੱਗੇ ਆਊਟਪੁੱਟ ਦੇ ਵਿੱਚ ਆਪਣੇ ਕੋਲ ਆ ਰਿਹਾ ਹੈਗਾ, ਸਭ ਤੋਂ ਪਹਿਲਾਂ ਆਪਣੇ ਕੋਲ ਕੀ ਪ੍ਰਿੰਟ ਹੋਏਗਾ, i ਦੀ ਵੈਲਿਊ 0 ਪ੍ਰਿੰਟ ਹੋਏਗੀ। ਕੰਡੀਸ਼ਨ ਚੈੱਕ ਕਰੇਗਾ ਕਿ i ਦੀ ਵੈਲਿਊ 4 ਦੇ ਬਰਾਬਰ ਹੈ ਜਾਂ ਨਹੀਂ, ਉਹ ਕੀ ਹੋਏਗੀ, ਨਹੀਂ ਹੋਏਗੀ ਬਰਾਬਰ। ਉਸ ਤੋਂ ਬਾਅਦ ਫਿਰ i ਦੀ ਵੈਲਿਊ 1 ਪਲੱਸ ਹੋਏਗੀ, ਫਿਰ ਆਪਣੀ ਕੰਡੀਸ਼ਨ ਚੈੱਕ ਹੋਏਗੀ ਕਿ i ਦੀ ਵੈਲਿਊ ਲੈਸ ਦੈਨ 10 ਹੈ, ਲੂਪ ਵਾਲੀ ਕੰਡੀਸ਼ਨ ਟਰੂ ਹੋ ਜਾਏਗੀ। ਫਿਰ ਆਪਾਂ ਜੋ ਬੋਡੀ ਹੈ ਲੂਪ ਦੀ ਉਸ ਦੇ ਵਿੱਚ ਪਹੁੰਚਾਂਗੇ, ਉੱਥੇ ਹੁਣ ਆਪਣੀ i ਦੀ ਵੈਲਿਊ ਕੀ ਹੈ 1 ਇਕੁਅਲ ਟੂ 4, ਇੱਥੇ ਕੰਡੀਸ਼ਨ ਫਾਲਸ ਹੋ ਜਾਏਗੀ। ਫਿਰ ਆਪਣੀ ਜੋ ਵੈਲਿਊ ਹੈ i ਦੀ ਪ੍ਰਿੰਟ ਹੋ ਜਾਏਗੀ। ਉਸ ਤੋਂ ਬਾਅਦ i ਦੀ ਵੈਲਿਊ ਕਿੰਨੀ ਪ੍ਰਿੰਟ ਹੋਏਗੀ 1, ਉਸ ਤੋਂ ਬਾਅਦ i ਦੀ ਵੈਲਿਊ ਪਲੱਸ ਹੋਏਗੀ, i ਦੀ ਵੈਲਿਊ ਹੋ ਜਾਏਗੀ 2। ਉਸ ਤੋਂ ਬਾਅਦ ਕੰਡੀਸ਼ਨ ਚੈੱਕ ਹੋਏਗੀ i ਲੈਸ ਦੈਨ 10। ਇਸ ਤੋਂ ਬਾਅਦ ਆਪਣੀ ਫਿਰ i ਦੀ ਵੈਲਿਊ ਆਪਾਂ 4 ਦੇ ਨਾਲ ਚੈੱਕ ਕਰਾਂਗੇ ਕਿਉਂਕਿ ਹੁਣ i ਦੀ ਵੈਲਿਊ ਆਪਣੇ ਕੋਲ ਹੈ 2 ਤੇ 2 ਨਾਟ ਇਕੁਅਲ ਟੂ 4, ਇਸ ਕਰਕੇ ਆਪਣੀ ਇਹ ਵਾਲੀ ਕੰਡੀਸ਼ਨ ਵੀ ਫਾਲਸ ਹੋ ਜਾਏਗੀ ਤੇ ਆਪਣੀ ਇੱਥੇ ਵੈਲਿਊ i ਦੀ ਪ੍ਰਿੰਟ ਹੋ ਜਾਏਗੀ 2। ਉਸ ਤੋਂ ਬਾਅਦ i ਪਲੱਸ i ਦੀ ਵੈਲਿਊ 3 ਹੋ ਜਾਏਗੀ ਤੇ ਫਿਰ 3 ਲੈਸ ਦੈਨ 10 ਕੰਡੀਸ਼ਨ ਇਹ ਫਾਲਸ ਹੋ ਜਾਏਗੀ। ਫਿਰ ਆਪਾਂ ਇੱਥੇ ਜਾਵਾਂਗੇ ਇਫ 3 ਇਕੁਅਲ ਟੂ 4, ਕੰਡੀਸ਼ਨ ਫਿਰ ਫਾਲਸ ਹੋ ਜਾਏਗੀ। ਫਿਰ ਆਪਣੀ ਇੱਥੇ ਸਿਸਟਮ ਆਊਟ ਪ੍ਰਿੰਟਲਨ i ਦੀ ਵੈਲਿਊ 3 ਪ੍ਰਿੰਟ ਹੋ ਜਾਏਗੀ। ਉਸ ਤੋਂ ਬਾਅਦ i ਪਲੱਸ i ਦੀ ਵੈਲਿਊ ਹੋ ਜਾਏਗੀ 4, 4 ਲੈਸ ਦੈਨ 10 ਟਰੂ, ਇਹ ਹੋ ਗਈ ਆਪਣੀ ਟਰੂ। ਤੇ ਇਸ ਤੋਂ ਬਾਅਦ ਆ ਰਹੀ ਹੈ ਆਪਣੀ i ਲੈਸ ਦੈਨ ਇਕੁਅਲ ਟੂ 4, ਮਤਲਬ 4 ਦੀ ਵੈਲਿਊ 4 i ਦੀ ਵੈਲਿਊ ਹੈ 4 ਦੇ ਬਰਾਬਰ ਹੈ, ਕੰਡੀਸ਼ਨ ਇੱਥੇ ਆਪਣੀ ਟਰੂ ਹੋ ਜਾਏਗੀ। ਤੇ ਫਿਰ ਆਪਾਂ ਕੀ ਕਰਾਂਗੇ, ਇੱਥੇ ਅੱਗੇ ਬ੍ਰੇਕ ਦੇ ਆਪਣੀ ਐਗਜ਼ੀਕਿਊਟ ਹੋ ਜਾਏਗੀ ਸਟੇਟਮੈਂਟ। ਉਸ ਤੋਂ ਬਾਅਦ ਜੋ ਆਪਣਾ ਬ੍ਰੇਕ ਸਟੇਟ ਫੋਰ ਲੂਪ ਆ ਇਸ ਦਾ ਟਰਮੀਨੇਟ ਹੋ ਜਾਏਗਾ ਤੇ ਇਸ ਤੋਂ ਬਾਅਦ ਆਪਣੀ ਜੋ ਵੀ ਆਪਣੀ ਇਸ ਬੋਡੀ ਤੋਂ ਬਾਅਦ ਜੋ ਵੀ ਆਪਣੀ ਕੋਈ ਵੀ ਸਟੇਟਮੈਂਟ ਲਿਖੀ ਹੋਗੀ ਉੱਥੇ ਆਪਣਾ ਕੰਟਰੋਲ ਪਹੁੰਚ ਜਾਏਗਾ। ਹੁਣ ਕੁਝ ਪੁਆਇੰਟਸ ਬਾਰੇ ਗੱਲ ਕਰਦੇ ਹਾਂ ਬ੍ਰੇਕ ਸਟੇਟਮੈਂਟ ਦੇ। ਜੋ ਬ੍ਰੇਕ ਸਟੇਟਮੈਂਟ ਹੈ ਉਹ ਜਾਵਾ ਦੇ ਕਿਸੇ ਵੀ ਜੋ ਲੂਪ ਨੇ ਆਪਣੇ ਡੂ ਹੋ ਗਿਆ, ਡੂ ਵਾਈਲ ਹੋ ਗਿਆ, ਇਹਨਾਂ ਵਿੱਚੋਂ ਕਿਸੇ ਵੀ ਲੂਪ ਦੇ ਵਿੱਚ ਆਪਾਂ ਬ੍ਰੇਕ ਸਟੇਟਮੈਂਟ ਨੂੰ ਯੂਜ਼ ਕਰ ਸਕਦੇ ਹਾਂ। ਜਦੋਂ ਜਾਵਾ ਦੇ ਵਿੱਚ ਜਾਂ ਕਿਸੇ ਪ੍ਰੋਗਰਾਮਿੰਗ ਲੈਂਗੁਏਜ ਦੇ ਵਿੱਚ ਜਦੋਂ ਵੀ ਨੈਸਟਡ ਲੂਪ ਹੁੰਦੇ ਆ ਉਹਨਾਂ ਦੀ ਬੋਡੀ ਦੇ ਵਿੱਚ ਇੱਕ ਆਪਣੀ ਬ੍ਰੇਕ ਸਟੇਟਮੈਂਟ ਵਰਤੀ ਜਾਂਦੀ ਆ, ਤਾਂ ਫਿਰ ਜੋ ਬ੍ਰੇਕ ਸਟੇਟਮੈਂਟ ਆ ਇਹ ਜੋ ਇਨਰ ਮੋਸਟ ਲੂਪ ਹੋਏਗਾ ਸਿਰਫ ਉਸ ਨੂੰ ਬ੍ਰੇਕ ਕਰੇਗੀ, ਨਾ ਕਿ ਸਾਰੇ ਲੂਪਸ ਨੂੰ ਬ੍ਰੇਕ ਕਰਕੇ ਬਾਹਰ ਆਏਗੀ। ਮੰਨ ਲਓ ਪਹਿਲਾਂ ਆਪਣੇ ਕੋਲ ਇੱਕ ਲੂਪ ਲੱਗਿਆ, ਉਸ ਦੀ ਬੋਡੀ ਦੇ ਵਿੱਚ ਆਪਾਂ ਇੱਕ ਹੋਰ ਲੂਪ ਲਾਇਆ, ਜੇਕਰ ਅੰਦਰ ਵਾਲੇ ਲੂਪ ਦੀ ਬੋਡੀ ਦੇ ਵਿੱਚ ਆਪਾਂ ਇੱਕ ਬ੍ਰੇਕ ਸਟੇਟਮੈਂਟ ਲਾਈ ਹੈ ਤਾਂ ਫਿਰ ਜਦੋਂ ਵੀ ਇਹ ਸਟੇਟਮੈਂਟ ਐਗਜ਼ੀਕਿਊਟ ਹੋਏਗੀ ਤਾਂ ਇਹ ਅੰਦਰ ਵਾਲੇ ਲੂਪ ਦੀ ਬੋਡੀ ਨੂੰ ਹੀ ਟਰਮੀਨੇਟ ਕਰੇਗੀ, ਨਾ ਕਿ ਦੋ ਲੂਪ ਦੀ ਬੋਡੀ ਨੂੰ ਟਰਮੀਨੇਟ ਕਰੇਗੀ। ਇੱਕੋ ਲੂਪ ਦੇ ਵਿੱਚ ਇੱਕ ਤੋਂ ਜ਼ਿਆਦਾ ਬ੍ਰੇਕ ਸਟੇਟਮੈਂਟਸ ਆ ਸਕਦੀਆਂ ਨੇ।
ਜਦੋਂ ਆਪਾਂ ਸਵਿਚ ਸਟੇਟਮੈਂਟ ਦੇ ਵਿੱਚ ਆਪਾਂ ਇੱਕ ਬ੍ਰੇਕ ਸਟੇਟਮੈਂਟ ਵਰਤਦੇ ਹਾਂ ਤਾਂ ਜਦੋਂ ਵੀ ਇੱਕ ਬ੍ਰੇਕ ਸਟੇਟਮੈਂਟ ਸਵਿਚ ਸਟੇਟਮੈਂਟ ਨੂੰ ਟਰਮੀਨੇਟ ਕਰ ਦਈਏ ਤਾਂ ਫਿਰ ਉਹ ਸਿਰਫ ਉਸੇ ਸਵਿਚ ਸਟੇਟਮੈਂਟ ਨੂੰ ਅਫੈਕਟ ਕਰਦੀ ਹੈ, ਨਾ ਕਿ ਸਾਰੀਆਂ ਜੋ ਸਵਿਚ ਸਟੇਟਮੈਂਟਾਂ ਹੋਣਗੀਆਂ ਉਹਨਾਂ ਨੂੰ, ਤੇ ਕਿਸੇ ਵੀ ਜੋ ਵੀ ਇਨਕਲੋਜ਼ਿੰਗ ਆਪਣਾ ਲੂਪ ਹੋਏਗਾ ਉਹਨਾਂ ਨੂੰ ਇਹ ਨਹੀਂ ਇਫੈਕਟ ਕਰੇਗੀ। ਇਸ ਤੋਂ ਬਾਅਦ ਹੁੰਦੀ ਹੈ ਅੱਗੇ ਆਪਣੇ ਕੋਲ ਕੰਟੀਨਿਊ ਸਟੇਟਮੈਂਟ। ਕੰਟੀਨਿਊ ਸਟੇਟਮੈਂਟ ਹੁੰਦੀ ਹੈ ਜੋ ਇਹ ਲੂਪ ਦੀ ਨੈਕਸਟ ਆਈਟਰੇਸ਼ਨ ਹੁੰਦੀ ਹੈ ਜਿਹੜੀ ਉਸ ਨੂੰ ਫੋਰਸਫੁਲੀ ਐਗਜ਼ੀਕਿਊਟ ਕਰਨ ਦੇ ਲਈ ਵਰਤੀ ਜਾਂਦੀ ਆ, ਤੇ ਇਹਦੇ ਵਿੱਚ ਕੋਡ ਹੋਏਗਾ ਇਨ ਬਿਟਵੀਨ, ਮਤਲਬ ਜੋ ਵੀ ਆਪਣੀ ਜਿੱਥੇ ਆਪਣੀ ਕੰਟੀਨਿਊ ਸਟੇਟਮੈਂਟ ਲੱਗੀ ਉੱਥੋਂ ਲੈ ਕੇ ਲੂਪ ਦੀ ਬੋਡੀ ਦੇ ਖਤਮ ਹੋਣ ਤੱਕ ਜੋ ਵੀ ਆਪਣਾ ਕੋਡ ਹੋਏਗਾ ਉਹ ਸਾਰਾ ਸਕਿਪ ਹੋ ਜਾਏਗਾ ਤੇ ਕੰਟਰੋਲ ਕਿੱਥੇ ਚਲਾ ਜਾਏਗਾ, ਲੂਪ ਦੇ ਅਗਲੀ ਆਈਟਰੇਸ਼ਨ ਦੇ ਉੱਪਰ ਚਲਾ ਜਾਏਗਾ। ਇਸ ਤਰੀਕੇ ਨਾਲ ਜੋ ਕੰਟੀਨਿਊ ਸਟੇਟਮੈਂਟ ਹੈ ਇੱਕ ਬ੍ਰੇਕ ਸਟੇਟਮੈਂਟ ਦਾ ਇੱਕ ਤਰੀਕੇ ਨਾਲ ਕੰਪਲੀਮੈਂਟ ਦੇ ਤੌਰ ਤੇ ਕੰਮ ਕਰਦੀ ਆ। ਐਗਜ਼ਾਮਪਲ ਦੇ ਤੌਰ ਤੇ ਆਪਾਂ ਇੱਕ ਫੋਰ ਲੂਪ ਦੁਬਾਰਾ ਫੇਰ ਲਿਆ, ਉਸ ਇੱਥੇ ਆਪਾਂ ਫਿਰ i ਦੀ ਵੈਲਿਊ 4 ਵਾਲੀ ਕੰਡੀਸ਼ਨ ਸੈੱਟ ਕੀਤੀ ਆ। ਇੱਥੇ ਕੰਟੀਨਿਊ ਸਟੇਟਮੈਂਟ ਆਪਾਂ ਇਸ ਦੇ ਵਿੱਚ ਰੱਖੀ ਹੋਈ ਆ ਤੇ i ਦੀ ਵੈਲਿਊ ਆਪਾਂ ਪ੍ਰਿੰਟ ਕਰਵਾ ਰਹੇ ਹਾਂ ਹਰ ਇੱਕ ਵਾਰ। ਹੁਣ ਆਉਟਪੁੱਟ ਆਪਣੀ ਕੀ ਹੋਏਗੀ, ਸਭ ਤੋਂ ਪਹਿਲਾਂ 0 ਪ੍ਰਿੰਟ ਹੋਏਗੀ, i ਦੀ ਵੈਲਿਊ 0 ਆ। ਇਫ ਕੰਡੀਸ਼ਨ ਟਰੂ ਨਹੀਂ ਹੋਏਗੀ ਇੱਥੇ ਆਪਣੀ i ਦੀ ਵੈਲਿਊ 0 ਪ੍ਰਿੰਟ ਹੋਗੀ। ਫਿਰ i ਦੀ ਵੈਲਿਊ 1 ਕੰਡੀਸ਼ਨ, ਫਿਰ ਇਫ ਉਹ ਕੰਡੀਸ਼ਨ ਫਿਰ ਨਹੀਂ ਟਰੂ ਹੋਏਗੀ i ਦੀ ਵੈਲਿਊ ਪ੍ਰਿੰਟ ਹੋਗੀ 1, i ਦੀ ਵੈਲਿਊ 2, ਫਿਰ i ਦੀ ਵੈਲਿਊ 3। ਹੁਣ ਜਿੱਥੇ ਹੁਣ ਆਪਣੀ i ਦੀ ਵੈਲਿਊ 4 ਹੋਏਗੀ, ਜਦੋਂ ਇਸਨੇ ਇੱਥੇ ਚੈੱਕ ਕਰਨਾ ਕਿ ਇਫ i = 4 ਕੰਡੀਸ਼ਨ ਆਪਣੀ ਹੋ ਜਾਏਗੀ ਟਰੂ, ਇਸਨੇ ਕਰ ਦੇਣਾ ਕੰਟੀਨਿਊ। ਕੰਟੀਨਿਊ ਕਰਨ ਦਾ ਮਤਲਬ ਕੀ ਆ, ਸਕਿਪਿੰਗ ਦ ਇਨ ਬਿਟਵੀਨ ਕੋਡ, ਮਤਲਬ ਇਸ ਕੰਟੀਨਿਊ ਤੋਂ ਬਾਅਦ ਜੋ ਵੀ ਇਸ ਲੂਪ ਦੀ ਬੋਡੀ ਦੇ ਵਿੱਚ, ਲੂਪ ਦੀ ਬੋਡੀ ਕਿੱਥੋਂ ਸਟਾਰਟ ਹੋ ਰਹੀ ਹੈ, ਇੱਥੋਂ ਕਿੱਥੇ ਖਤਮ ਹੋ ਰਹੀ ਹੈ, ਇੱਥੇ। ਇਹਨਾਂ ਦੋ ਕਰਲੀ ਬ੍ਰੈਕਟ ਦੇ ਵਿਚਕਾਰ ਜੋ ਵੀ ਆਪਣਾ ਕੋਡ ਲਿਖਿਆ ਉਹ ਲੂਪ ਦੀ ਬੋਡੀ ਦੇ ਵਿੱਚ ਆ ਰਿਹਾ। ਹੁਣ ਜਿੱਥੇ ਆਪਣੀ ਇਹ ਕੰਡੀਸ਼ਨ ਟਰੂ ਹੋ ਗਈ ਤਾਂ ਫਿਰ ਕੀ ਹੋਏਗਾ, ਇਸ ਜਿੱਥੇ ਆਪਣੀ ਆਹ ਕੰਟੀਨਿਊ ਸਟੇਟਮੈਂਟ ਲੱਗ ਗਈ ਉਸ ਤੋਂ ਬਾਅਦ ਜੋ ਵੀ ਆਪਣਾ ਕੋਡ ਲਿਖਿਆ ਹੈਗਾ ਉਹ ਸਾਰਾ ਕੋਡ ਕੀ ਹੋ ਜਾਏਗਾ, ਸਕਿਪ ਹੋ ਜਾਏਗਾ ਤੇ ਆਪਣੀ ਜੋ ਕੰਟਰੋਲ ਆ ਉਹ ਕਿੱਥੇ ਪਹੁੰਚੇਗਾ, ਲੂਪ ਦੀ ਨੈਕਸਟ ਆਈਟਰੇਸ਼ਨ ਤੇ i++ ਹੋ ਜਾਏਗਾ। ਮਤਲਬ i = 4 ਸੀਗਾ, ਇੱਥੇ ਹੋ ਗਿਆ ਕੰਟੀਨਿਊ, ਇੱਥੇ i++ ਹੋ ਜਾਏਗਾ ਸਿੱਧਾ, i ਦੀ ਵੈਲਿਊ 5 ਹੋ ਜਾਏਗੀ, 5 <10 ਟਰੂ, ਤੇ ਇੱਥੇ ਆਪਾਂ ਫਿਰ ਪਹੁੰਚਾਂਗੇ, ਇੱਥੇ ਕੀ ਹੋਏਗਾ i = 4, 5 ≠ 4, ਇੱਥੇ ਕੰਡੀਸ਼ਨ ਆਪਣੀ ਫਾਲਸ ਹੋ ਗਈ। ਫਿਰ ਆਪਾਂ ਅੱਗੇ ਬਿਲਕੁਲ ਉਸੇ ਤਰ੍ਹਾਂ ਜਿਸ ਤਰ੍ਹਾਂ ਪਹਿਲਾਂ ਚੱਲ ਰਿਹਾ ਕੰਮ ਉਸ ਤਰ੍ਹਾਂ i ਦੀ ਵੈਲਿਊ 5 ਪ੍ਰਿੰਟ ਹੋ ਜਾਏਗੀ, 6 ਪ੍ਰਿੰਟ ਹੋ ਜਾਏਗੀ, 7 ਪ੍ਰਿੰਟ ਹੋ ਜਾਏਗੀ, 8, 9 ਐਗਜ਼ਿਟ। ਕੰਟੀਨਿਊ ਸਟੇਟਮੈਂਟ ਬਾਰੇ ਹੁਣ ਕੁਝ ਪੁਆਇੰਟ। ਡੂ ਵਾਈਲ ਲੂਪ ਦੇ ਵਿੱਚ ਜਦੋਂ ਵੀ ਆਪਣੀ ਕੰਟੀਨਿਊ ਸਟੇਟਮੈਂਟ ਆਪਾਂ ਵਰਤਦੇ ਹਾਂ ਤਾਂ ਇਹ ਜਿਹੜਾ ਕੰਟਰੋਲ ਹੁੰਦਾ ਇਹ ਸਿੱਧਾ ਆਪਣੇ ਕੋਲ ਕੰਡੀਸ਼ਨਲ ਜੋ ਐਕਸਪ੍ਰੈਸ਼ਨ ਹੁੰਦੀ ਆ ਉੱਥੇ ਚਲਾ ਜਾਂਦਾ ਤੇ ਫਿਰ ਜੋ ਆਪਣੀ ਲੂਪਿੰਗ ਪ੍ਰੋਸੈਸ ਆ ਉਹਦੇ ਵਿੱਚ ਇਹ ਕੰਟੀਨਿਊ ਕਰਦਾ, ਮਤਲਬ ਉਹਦੇ ਵਿੱਚ ਅੱਗੇ ਵਧਦਾ। ਫੋਰ ਲੂਪ ਦੇ ਵਿੱਚ ਜੋ ਆਪਣੀ ਆਈਟਰੇਸ਼ਨ ਐਕਸਪ੍ਰੈਸ਼ਨ ਹੁੰਦੀ ਆ ਲੂਪ ਦੀ ਉਹ ਇਵੈਲੂਏਟ ਹੁੰਦੀ ਆ। ਉਸ ਤੋਂ ਬਾਅਦ ਆਪਣੀ ਜੋ ਆਈਟਰੇਸ਼ਨ ਐਕਸਪ੍ਰੈਸ਼ਨ ਦਾ ਮਤਲਬ ਜਿੱਥੇ ਆਪਾਂ ਵੈਲਿਊ ਆਪਣੀ ਲੂਪ ਦੀ ਵੈਲਿਊ ਆ ਜਿਹੜੀ ਕਾਊਂਟਰ ਵੈਲਿਊ ਉਹ ਆਪਾਂ ++ ਜਾਂ -+ ਕਰ ਰਹੇ ਹਾਂਗੇ, ਉਹ ਹੁੰਦਾ ਆਪਣਾ ਆਈਟਰੇਸ਼ਨ ਐਕਸਪ੍ਰੈਸ਼ਨ ਹੁੰਦੀ ਆ। ਉਹ ਉੱਥੇ ਆਪਾਂ ਜੋ ਵੀ ਆਪਣਾ ਕਾਊਂਟਰ ਵੇਰੀਏਬਲ ਹੁੰਦਾ ਲੂਪ ਦਾ ਉਸ ਨੂੰ ਆਪਾਂ ਮੈਨੀਪੂਲੇਟ ਕਰ ਰਹੇ ਹੁੰਦੇ ਹੈਗੇ, ਪਲੱਸ ਜਾਂ ਮਾਈਨਸ ਕਰ ਰਹੇ ਹੁੰਦੇ ਆ। ਤਾਂ ਫਿਰ ਹੁਣ ਫੋਰ ਲੂਪ ਦੇ ਵਿੱਚ ਕੀ ਹੋ ਰਿਹਾ, ਜਿਹੜਾ ਆਪਣਾ ਕੰਟਰੋਲ ਹੁੰਦਾ ਗਾ ਕੰਟੀਨਿਊ ਸਟੇਟਮੈਂਟ ਦੇ ਐਗਜ਼ੀਕਿਊਟ ਹੋਣ ਤੋਂ ਬਾਅਦ ਆਈਟਰੇਸ਼ਨ ਐਕਸਪ੍ਰੈਸ਼ਨ ਦੇ ਉੱਪਰ ਚਲਾ ਜਾਂਦਾ ਹੈਗਾ, ਮਤਲਬ ਉਹ ਪਹਿਲਾਂ ਇਵੈਲੂਏਟ ਹੋਏਗੀ, ਉਸ ਤੋਂ ਬਾਅਦ ਜਿਹੜੀ ਆਪਣੀ ਕੰਡੀਸ਼ਨਲ ਐਕਸਪ੍ਰੈਸ਼ਨ ਹੈਗੀ ਉਹ ਐਗਜ਼ੀਕਿਊਟ ਹੋਏਗੀ ਅਤੇ ਉਸ ਤੋਂ ਬਾਅਦ ਜਿਹੜਾ ਲੂਪ ਆ ਉਹ ਕੰਟੀਨਿਊ ਹੋ ਜਾਏਗਾ।